ਦਿਹਾੜੀ ਇੰਝ ਕਰਨਾ, ਰਾਤੀ ਇੰਝ ਕਰਨਾ। ਅਤੇ ਜਿਉਂ ਹੀ ਵੀਡੀਓ ਬੰਦ ਹੋ ਜਾਂਦੀ ਭਾਈ ਜੀ, ਇਹ ਮੇਰੇ ਦੇ ਹਿਸਾਬ ਨਾਲ ਆਪਣੇ ਛੱਤ 'ਤੇ ਵੀ ਨਹੀਂ ਖਲੋਂਦੇ। ਜੇ ਤੁਸੀਂ ਕਬੂਤਰਾਂ ਨੂੰ 2-3 ਘੰਟੇ ਦਿੰਦੇ ਹੋ ਅਤੇ ਉਹ ਫਿਰ 2-3 ਘੰਟੇ ਹੀ ਕਬੂਤਰ ਉੱਡਦੇ ਨੇ। ਅਤੇ ਜੇ ਅਗਰ ਤੁਸੀਂ ਕਬੂਤਰਾਂ ਨੂੰ 10-12 ਘੰਟੇ ਦਿੰਦੇ ਹੋ ਤਾਂ ਫਿਰ ਉਹ 10-12 ਹੀ ਘੰਟੇ ਉੱਡਦੇ ਨੇ। ਜਿਸ ਟਾਈਮ ਤੁਸੀਂ ਸਮਝਦੇ ਹੋ ਨਾ ਕਿ ਮੇਰਾ ਕਬੂਤਰ ਬਿਮਾਰ ਹੈ ਜਾਂ ਸੁਸਤ ਹੈ ਜਾਂ ਢਿੱਲਾ ਹੋ ਕੇ ਬੈਠੇ ਹੈ ਖੁੱਡੇ ਪੋਟੀ ਦੇ ਵਿੱਚ ਬੋਆ ਹੁੰਦੀ ਹੈ ਵੀ, ਅਤੇ ਤੁਸੀਂ ਉਹਦੇ ਵਾਸਤੇ ਕੋਸ਼ਿਸ਼ ਕਰਨੀ ਹੈ ਜਿਹੜਾ ਹੈ ਉਹ ਕਬੂਤਰ ਦਾ ਤੁਹਾਨੂੰ ਇੰਝ ਪਤਾ ਲੱਗੇਗਾ ਕਿ ਤਾਅ ਵਾਲਾ ਕਬੂਤਰ ਜਿਹੜਾ ਹੈ ਉਹ ਯੂਟਿਊਬ ਵਾਲਿਆਂ ਉਸਤਾਦਾਂ ਦਾ ਤਾਂ ਰਿਜ਼ਲਟ ਤੁਸੀਂ ਤੱਕ ਹੀ ਲਿਆ ਸਾਰਿਆਂ ਨੇ। ਜਿਤਨੇ ਵੀ ਯੂਟਿਊਬ 'ਤੇ ਇਸ ਟਾਈਮ ਮਸ਼ਹੂਰ ਅਤੇ ਫੇਮਸ ਬੰਦੇ ਨੇ ਨਾ, ਉਹਨਾਂ ਦਾ ਤੁਸੀਂ ਜਾ ਕੇ ਰਿਜ਼ਲਟ ਚੈੱਕ ਕਰ ਲਓ, ਉਹਨਾਂ ਦਾ ਰਿਜ਼ਲਟ ਕੀ ਆਇਆ। ਔਰ ਬੇਸ਼ਰਮੀ ਦੀ ਹਾਲਤ ਇਹ ਹੈ ਕਿ ਬਜਾਏ ਉਸ ਚੀਜ਼ ਦਾ ਬੁਰਾ ਮਨਾਉਣ ਵਾਸਤੇ ਕਿ ਯਾਰ ਇਹ ਕੀ ਹੋਇਆ, ਕਿਉਂ ਹੋਇਆ, ਅਤੇ ਉਹ ਉਲਟਾ ਪੂਰੀ ਵੀਡੀਓ ਵੀ ਜਿਹੜਾ ਹੈ ਆਪਣੇ ਮੁਸਕਰਾ ਰਹੇ ਨੇ, ਹੱਸ ਖੇਡ ਰਹੇ ਨੇ। ਕਿਉਂਕਿ ਉਹਨਾਂ ਨੂੰ ਪਤਾ ਭਾਈ ਜੀ ਬੰਦੇ ਤੱਕਦੇ ਨੇ, ਭਾਵੇਂ ਜੇ ਕੋਈ ਦਿਲ ਹੋਵੇ ਬੰਦਿਆਂ ਨੇ ਤੱਕਣਾ ਹੀ ਤੱਕਣਾ। ਬੰਦਿਆਂ ਨੇ ਇਹ ਤਾਂ ਨਹੀਂ ਤੱਕਣਾ ਭਾਈ ਜੀ ਰਿਜ਼ਲਟ ਕੀ ਹੈ, ਅਸੀਂ ਫੋਲੋ ਕਿਹਨੂੰ ਕਰਨੇ ਆ ਪਏ, ਜਾਂ ਇਸ ਬੰਦੇ ਨੂੰ ਅਸੀਂ ਕਦੋਂ ਦਾ ਤੱਕਨੇ ਆ ਪਏ ਅਤੇ ਇਸ ਬੰਦੇ ਨੇ ਕੀ ਰਿਜ਼ਲਟ ਦਿੱਤਾ ਹੈ। ਗੱਲਾਂ ਇਹਨਾਂ ਦੀਆਂ ਸੁਣ ਲਓ ਭਾਈ ਜੀ ਤੁਸੀਂ, ਅਤੇ ਅਸਮਾਨ 'ਤੇ ਨੇ, ਅਤੇ ਰਿਜ਼ਲਟ ਇਹਨਾਂ ਦੇ ਤੱਕ ਲਓ ਅਤੇ ਉਹ ਜ਼ਮੀਨ ਤੋਂ ਵੀ ਥੱਲੇ ਕਿਧਰੇ ਦਿਸਦੇ ਹੀ ਕੋਈ ਨਹੀਂ। ਕੋਈ ਪਰਚੇ ਵਿੱਚ ਹੁੰਦਾ ਨਾ ਬੰਦਾ ਆ ਜਾਏ ਅਤੇ ਉਹ ਹੈ ਹੀ ਕੋਈ ਨਹੀਂ, ਪਤਾ ਹੀ ਕੋਈ ਨਹੀਂ ਬਈ ਭਾਈ ਜੀ ਕਬੂਤਰਬਾਜ਼ੀ ਕੋਈ ਪਰਚਾ ਵੀ ਹੈ, ਜਾਂ ਜੇ ਟੂਰਨਾਮੈਂਟ ਵੀ ਕੋਈ ਲੈ ਆਈ ਸ਼ਾਇਦ ਉਹਦੇ ਵਿੱਚ ਵੀ ਕੋਈ ਹੈ। ਅਤੇ ਮੈਂ ਏਰੀਏ ਦੀ ਗੱਲ ਕਰਨਾ ਪਿਆ, ਇਹ ਏਰੀਆ ਜਿਹੜਾ ਨਾ ਜ਼ਿਆਦਾ ਗੱਲਾਂ ਕਰਨ ਵਾਲਾ ਏਰੀਆ, ਮੈਂ ਉਸ ਏਰੀਏ ਦੀ ਗੱਲ ਕਰਨਾ ਪਿਆ। ਇਹ ਲਾਹੌਰ ਏਰੀਏ ਦੇ ਜਿਹੜੇ ਨੇ ਨਾ ਯੂਟਿਊਬਰ, ਬੜੇ ਬੜੇ ਵੱਡੇ ਅਤੇ ਬੜੇ ਬੜੇ ਨਾਮੀਨੇਟ ਯੂਟਿਊਬਰ ਨੇ ਜਿਹੜੇ, ਹਮਨੇ ਇਹ ਕਰ ਦਿਆ, ਹਮਨੇ ਵੋ ਕਰ ਦਿਆ, ਉਹਨਾਂ ਦੀ ਰੂਟੀਨ ਜਾ ਕੇ ਤੁਸੀਂ ਤੱਕੋ, ਤੁਹਾਨੂੰ ਆਪੋ ਪਤਾ ਲੱਗ ਜਾਏਗਾ। ਸ਼ਰਮ ਆਉਣੀ ਚਾਹੀਦੀ ਹੈ ਇੰਝ ਦੀ ਜਨਾਬ ਯੂਟਿਊਬਰੀ ਨੂੰ, ਜਾਂ ਇੰਝ ਦਾ ਜਿਹੜਾ ਬੰਦਿਆਂ ਨੂੰ ਸ਼ੌਕ ਮੁਤਾਰਫ ਕਰਾਉਂਦੇ ਨੇ ਪਏ, ਜਾਂ ਇੰਝ ਦਾ ਜਿਹੜਾ ਉਹਨਾਂ ਨੂੰ ਤਰੀਕਾਕਾਰ ਦੱਸਦੇ ਨੇ ਪਏ। ਅਤੇ ਗਲਤੀ ਕਿਹਦੀ ਹੈ? ਕਬੂਤਰਾਂ ਦੀ ਗਲਤੀ ਹੈ, ਅਤੇ ਆਪਣੀ ਕੋਈ ਗਲਤੀ ਨਹੀਂ, ਗਲਤੀ ਸਾਰੀ ਕਬੂਤਰਾਂ ਦੀ ਹੈ। ਅਤੇ ਆਪੋ ਤੁਸੀਂ ਹਿਸਾਬ ਲਾ ਲਓ ਇਹਨਾਂ ਦੇ ਕੀ ਹਾਲਾਤ ਨੇ ਅਤੇ ਕੀ ਇਹਨਾਂ ਦੇ ਮਾਮਲਾਤ ਨੇ। ਮੈਂ ਤੁਹਾਨੂੰ ਦੱਸਿਆ ਨਾ ਇਹ ਜੂਨ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਢੇਰ ਸਾਰੇ ਜਿਹੜੇ ਨੇ ਨਾ ਸ਼ਿਕਾਰੀ, ਉਹ ਉਂਝ ਹੀ ਲੱਤਾਂ ਕੱਢ ਜਾਣਦੇ, ਆਪੋ ਹੀ ਲੱਤਾਂ ਕੱਢ ਜਾਣਦੇ। ਵੀਡੀਓ ਵੀ ਤਾਂ ਤੁਹਾਨੂੰ ਬੜਾ ਕੁਝ ਦੱਸਦੇ ਨੇ, ਮੈਂ ਜਨਾਬ ਦਿਹਾੜੀ ਇੰਝ ਕਰਨਾ, ਰਾਤੀ ਇੰਝ ਕਰਨਾ। ਅਤੇ ਜਿਉਂ ਹੀ ਵੀਡੀਓ ਬੰਦ ਹੋ ਜਾਂਦੀ ਭਾਈ ਜੀ, ਇਹ ਮੇਰੇ ਦੇ ਹਿਸਾਬ ਨਾਲ ਆਪਣੇ ਛੱਤ 'ਤੇ ਵੀ ਨਹੀਂ ਖਲੋਂਦੇ। ਬਸ ਦਾਣਾ ਪਾਣੀ ਕੀਤਾ ਕਬੂਤਰਾਂ ਨੂੰ ਅਤੇ ਨੱਸ ਗਿਆ ਥੱਲੇ। ਅਤੇ ਜਿਹੜੇ ਬੰਦੇ ਇੰਝ ਕਰਦੇ ਨੇ ਨਾ, ਉਹਨਾਂ ਦਾ ਫਿਰ ਰਿਜ਼ਲਟ ਫਿਰ ਇੰਝ ਦਾ ਹੀ ਆਉਂਦਾ। 12 ਤੋਂ ਪਹਿਲਾਂ, 11 ਤੋਂ ਪਹਿਲਾਂ ਕਬੂਤਰ ਬਹਿ ਰਹੇ ਨੇ, 10 ਵਜੇ ਤੋਂ ਪਹਿਲਾਂ ਕਬੂਤਰ ਬਹਿ ਰਹੇ ਨੇ। ਇਹ ਭਾਈ ਜੀ ਜਿਹੜੀ ਮਿਹਨਤ ਹੋਈ ਹੁੰਦੀ ਨਾ ਕਬੂਤਰਾਂ ਨਾਲ, ਇਹ ਉਹ ਮਿਹਨਤ ਦੱਸਦੀ ਹੈ। ਕਬੂਤਰ ਫਿਰ ਜਿਸ ਟਾਈਮ ਉੱਡਦੇ ਨੇ ਤਾਂ ਫਿਰ ਉਹ ਦੱਸਦੇ ਨੇ, ਹਾਂ ਭਾਈ ਵਾਕਈ ਇਸ ਬੰਦੇ ਨੇ ਸਾਡੇ ਨਾਲ ਕਿਤਨੀ ਕੁ ਮਿਹਨਤ ਕੀਤੀ ਹੈ। ਅਤੇ ਜਿਤਨੀ ਕੁ ਮਿਹਨਤ ਕੀਤੀ ਹੁੰਦੀ ਹੈ ਉਤਨਾ ਕੁ ਕਬੂਤਰ ਉੱਡਾ ਹੁੰਦੇ ਨੇ। ਜੇ ਤੁਸੀਂ ਕਬੂਤਰਾਂ ਨੂੰ 2-3 ਘੰਟੇ ਦਿੰਦੇ ਹੋ ਅਤੇ ਉਹ ਫਿਰ 2-3 ਘੰਟੇ ਹੀ ਕਬੂਤਰ ਉੱਡਦੇ ਨੇ। ਅਤੇ ਜੇ ਅਗਰ ਤੁਸੀਂ ਕਬੂਤਰਾਂ ਨੂੰ 10-12 ਘੰਟੇ ਦਿੰਦੇ ਹੋ ਤਾਂ ਫਿਰ ਉਹ 10-12 ਹੀ ਘੰਟੇ ਉੱਡਦੇ ਨੇ। ਉਹ ਦੱਸੋ ਕਿ ਕਬੂਤਰਾਂ ਨੂੰ ਜਿਹੜਾ ਨਾ, ਕਬੂਤਰ ਅਗਰ ਨਾ ਸਮਝ ਆਉਂਦੀ ਹੋਵੇ ਵੀ ਕਿਸੇ ਬੰਦੇ ਨੂੰ, ਅਤੇ ਕਿਸ ਤਰ੍ਹਾਂ ਚੈੱਕ ਕਰਨਾ ਚਾਹੀਦਾ ਕਬੂਤਰ, ਬਿਮਾਰ ਕਬੂਤਰ ਨੂੰ ਕਿੰਝ ਚੈੱਕ ਕਰਨਾ ਬਈ, ਅਸੀਂ ਕਿੰਝ ਪਤਾ ਲੱਗੇ ਸਾਨੂੰ ਇਹ ਕਬੂਤਰ ਜਿਹੜਾ ਨਾ ਇਹ ਬਿਮਾਰ ਹੈ, ਅਤੇ ਇਹਦੇ 'ਤੇ ਕੋਈ ਗੱਲਬਾਤ ਸਾਨੂੰ ਦੱਸੋ। ਅਤੇ ਉਹਨਾਂ ਵੀਰਾਂ ਦੋਸਤਾਂ ਭਰਾਵਾਂ ਵਾਸਤੇ ਜਿਹੜਾ ਨਾ ਇਹ ਮੇਰੀ ਛੋਟੀ ਜਿਹੀ ਵੀਡੀਓ ਹੈ। ਅਤੇ ਕਬੂਤਰ ਜਿਸ ਟਾਈਮ ਤੁਸੀਂ ਸਮਝਦੇ ਹੋ ਨਾ ਕਿ ਮੇਰਾ ਕਬੂਤਰ ਬਿਮਾਰ ਹੈ ਜਾਂ ਸੁਸਤ ਹੈ ਜਾਂ ਢਿੱਲਾ ਹੋ ਕੇ ਬੈਠੇ ਹੈ ਖੁੱਡੇ ਵਿੱਚ ਕਿਤੇ ਕੋਨੇ 'ਤੇ ਹੋ ਗਿਆ, ਅਤੇ ਸਾਰਿਆਂ ਤੋਂ ਪਹਿਲਾਂ ਪਤਾ ਇਹ ਲੱਗਦਾ ਜਿਸ ਟਾਈਮ ਤੁਸੀਂ ਕਬੂਤਰ ਨੂੰ ਦਾਣਾ ਪਾਉਂਦੇ ਹੋ ਨਾ, ਦਾਣਾ ਪਾਉਣ ਜਾਂਦੇ ਹੋ ਕਬੂਤਰ ਨੂੰ, ਅਤੇ ਉਸ ਟਾਈਮ ਕਬੂਤਰ ਜਿਹੜਾ ਕਬੂਤਰ ਦਾਣੇ 'ਤੇ ਨਹੀਂ ਆਉਂਦਾ ਜਾਂ ਪਾਣੀ 'ਤੇ ਨਹੀਂ ਆਉਂਦਾ, ਤੁਹਾਡਾ ਕੰਮ ਬਣਦਾ ਉਸੇ ਟਾਈਮ ਉਸ ਕਬੂਤਰ ਨੂੰ ਫੜੋ, ਫੜ ਕੇ ਉਹਨੂੰ ਚੈੱਕ ਕਰੋ, ਉਹਨੂੰ ਕੀ ਮਸਲਾ ਯਾਰ, ਉਹਨੇ ਪਿਛਲੀ ਖੁਰਾਕ ਪਾਣੀ ਜਿਹੜਾ ਖਾਧਿਆ ਪੀਤਾ ਉਹ ਹਜ਼ਮ ਕੀਤਾ ਜਾਂ ਨਹੀਂ ਕੀਤਾ। ਅਤੇ ਉਹਦੇ ਤੋਂ ਬਾਅਦ ਪਹਿਲਾ ਪੁਆਇੰਟ ਇਹ ਹੋ ਗਿਆ, ਤੁਸੀਂ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਦਾਣਾ ਪਾਣੇ ਦੇ ਟਾਈਮ।
ਅਤੇ ਦੂਸਰਾ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਬੂਤਰ ਨੂੰ ਜਿਸ ਟਾਈਮ ਤੁਸੀਂ ਫੜਦੇ ਹੋ ਦੇਖਦੇ ਹੋ ਕਬੂਤਰ ਸੁਸਤ ਹੈ, ਅਤੇ ਤੁਸੀਂ ਜਿਸ ਟਾਈਮ ਉਸ ਕਬੂਤਰ ਨੂੰ ਫੜਦੇ ਹੋ ਤਾਂ ਫਿਰ ਤੁਸੀਂ ਕੋਸ਼ਿਸ਼ ਇਹ ਕਰਦੇ ਹੋ ਕਿ ਸਾਰਿਆਂ ਤੋਂ ਪਹਿਲਾਂ ਜਿਹੜਾ ਨਾ ਉਹਦਾ ਮੂੰਹ ਖੋਲ੍ਹਦੇ ਹੋ ਕਬੂਤਰ ਦਾ, ਉਹਦਾ ਮੂੰਹ ਖੋਲ੍ਹ ਕੇ ਅਤੇ ਉਹਦੇ ਮੂੰਹ ਦੇ ਵਿੱਚੋਂ ਸੁੰਘਦੇ ਹੋ, ਅਤੇ ਫਿਰ ਤੁਹਾਨੂੰ ਪਤਾ ਲੱਗ ਜਾਂਦਾ। ਜੇ ਅਗਰ ਬਦਬੂ ਆਉਂਦੀ ਹੋਵੇ ਪੀ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਜਿਹੜਾ ਕਬੂਤਰ ਹੈ ਨਾ ਇਹਦੇ ਅੰਦਰ ਪੋਟ ਇਹਦਾ ਖ਼ਰਾਬ ਹੋ ਗਿਆ, ਪੋਟ ਇਹਦੇ ਵਿੱਚ ਬੋ ਆਉਂਦੀ ਹੈ ਪੀ, ਅਤੇ ਤੁਸੀਂ ਉਹਦੇ ਵਾਸਤੇ ਕੋਸ਼ਿਸ਼ ਕਰਨੀ ਹੈ ਜਿਹੜਾ ਹੈ ਉਹ ਪੋਟ ਦਾ ਹੀ ਕੋਈ ਜਿਹੜਾ ਨਾ ਨੁਸਖਾ ਉਹਨੂੰ ਪੋਟ ਖੋਲ੍ਹਣੇ ਵਾਸਤੇ ਕੋਈ ਸੌਂਫ ਵਗੈਰਾ ਦਾਲਚੀਨੀ, ਮਤਲਬ ਕੋਈ ਵੀ ਚੀਜ਼ ਜਿਹੜੀ ਹੈ ਨਾ ਚਲਾਉਣ ਵਾਸਤੇ ਕਬੂਤਰ ਨੂੰ। ਅਤੇ ਵੈਸੇ ਤਾਂ ਉਸਤਾਦ ਲੋਕ ਇਹ ਵੀ ਆਖਦੇ ਨੇ ਭਾਈ ਜਿਹੜਾ ਮਿੱਠੀ ਸ਼ੈ ਕੋਈ ਵੀ ਹੈ ਨਾ, ਜਿਸ ਤਰ੍ਹਾਂ ਉਸਤਾਦ ਤਾਰਕ ਗੁੱਜਰ ਸਾਹਿਬ ਦੱਸਦੇ ਨੇ, ਉਹ ਆਖਦੇ ਨੇ ਉਹਦੀ ਚਾਹ ਵੀ ਪਿਆ ਕੇ ਮਿੱਠੀ ਚਾਹ ਪਿਆ ਛੱਡੋ ਕਬੂਤਰ ਨੂੰ, ਮੌਕਾ ਉਸੇ ਟਾਈਮ ਜੇ ਅਗਰ ਤੁਸੀਂ ਮੌਕੇ 'ਤੇ ਕਬੂਤਰ ਫੜ ਲਿਆ ਨਾ, ਇੱਕਦਮ ਤੁਹਾਨੂੰ ਪਤਾ ਲੱਗ ਗਿਆ, ਲੇਟ ਨਹੀਂ ਹੋਣ ਦਿੱਤਾ, ਅਤੇ ਫਿਰ ਉਸੇ ਟਾਈਮ ਤੁਸੀਂ ਕੋਈ ਉਹਨੂੰ ਮਿੱਠੀ ਥੋੜ੍ਹੀ ਜਿਹੀ ਵੀ ਕੋਈ ਚੀਜ਼ ਚਾਹ ਦਿਓ ਨਾ, ਅਤੇ ਉਹ ਮੈਦੇ ਦਾ ਮੂੰਹ ਖੁੱਲ੍ਹ ਜਾਂਦਾ, ਫਿਰ ਕਬੂਤਰ ਜਨਾਬਨ ਉਹ ਠੀਕ ਹੋ ਜਾਂਦਾ, ਬਹਾਲ ਹੋ ਜਾਂਦਾ। ਮਗਰ ਜੇ ਕਬੂਤਰ ਇੱਕ ਦਿਨ ਜਾਂ 24 ਘੰਟੇ ਜਾਂ 2 ਦਿਨ ਕਬੂਤਰ ਤੁਹਾਡਾ ਢਿੱਲਾ ਰਿਹਾ, ਮਸਲਾ ਪਰੇਸ਼ਾਨੀ ਵਿੱਚ ਰਿਹਾ, ਅਤੇ ਫਿਰ ਉਹ ਕਬੂਤਰ ਜਿਹੜਾ ਉਹਦੇ ਵਾਸਤੇ ਤੁਸੀਂ ਫਿਰ ਹੋਰ ਕੁਝ ਕਰੋ, ਜੇ ਸੌਂਫ ਜ਼ੀਰਾ ਵਗੈਰਾ ਕਾਲੀਆਂ ਮਿਰਚਾਂ ਮੋਟੀ ਇਲਾਚੀ, ਉਹ ਫਿਰ ਢੇਰ ਸਾਰੇ ਉਹਦੇ ਮਾਮਲੇ ਕਰਕੇ ਫਿਰ ਉਹਦੇ ਵਾਸਤੇ ਤੁਸੀਂ ਕਾਹਵੇ ਬਣਾਓ, ਅਤੇ ਫਿਰ ਉਹਨੂੰ ਦੋ ਦੇ ਫਿਰ ਉਹਦਾ ਪੋਟ ਖੋਲ੍ਹੋ ਦੇ। ਅਤੇ ਕਬੂਤਰ ਦਾ ਫਿਰ ਉਹਦੇ ਤੋਂ ਬਾਅਦ ਅਗਲੀ ਚੀਜ਼ ਜਿਹੜੀ ਹੈ, ਤੁਸੀਂ ਕਬੂਤਰ ਦੇ ਬਿੱਠ ਤੋਂ ਕਿਸ ਤਰ੍ਹਾਂ ਪਤਾ ਤੁਹਾਨੂੰ ਲੱਗੇਗਾ ਕਿ ਬਾਈ ਕਿ ਇਹਨੂੰ ਮਸਲਾ ਹੈ। ਇਹ ਭਾਈ ਜੀ ਕਬੂਤਰ ਦੀ ਬਿੱਠ ਜਿਹੜੀ ਹੈ ਨਾ, ਜਿਸ ਟਾਈਮ ਕਬੂਤਰ ਤੁਸੀਂ ਸਮਝੋ ਨਾ ਤਾਅ ਲੱਗ ਗਿਆ ਤੁਹਾਡੇ ਕਬੂਤਰ ਨੂੰ, ਤਾਅ ਵਾਲਾ ਕਬੂਤਰ ਜਿਹੜਾ ਨਾ, ਉਸ ਕਬੂਤਰ ਦਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ, ਉਸ ਕਬੂਤਰ ਦਾ ਤੁਹਾਨੂੰ ਇੰਝ ਪਤਾ ਲੱਗੇਗਾ ਕਿ ਤਾਅ ਵਾਲਾ ਕਬੂਤਰ ਜਿਹੜਾ ਹੈ ਉਹ ਜਿਸ ਟਾਈਮ ਤੁਸੀਂ ਉਹਦਾ ਪੋਟ ਪਲਟੋਗੇ ਨਾ, ਤੁਸੀਂ ਕਬੂਤਰ ਨੂੰ ਪੋਟਾ ਪਲਟੋਗੇ, ਅਤੇ ਉਹ ਕਬੂਤਰ ਜਿਹੜਾ ਹੈ ਉਹਦਾ ਪੋਟ ਜਿਹੜਾ ਉਹਦੇ ਵਿੱਚ ਪਾਣੀ ਜਿਹੜਾ ਉਹ ਗਰਮ ਨਿਕਲੇਗਾ, ਅਤੇ ਜਿਸ ਟਾਈਮ ਗਰਮ ਪਾਣੀ ਨਿਕਲੇ ਤਾਂ ਉਸ ਟਾਈਮ ਸਮਝੋ ਕਿ ਮੇਰੇ ਕਬੂਤਰ ਨੂੰ ਹੀਟ ਕਰ ਗਿਆ, ਜਿੰਨੀ ਗੱਡੀ ਹੀਟ ਕਰ ਜਾਂਦੀ ਨਾ ਉਂਝ ਕਬੂਤਰ ਵੀ ਹੀਟ ਕਰ ਜਾਂਦਾ। ਅਤੇ ਫਿਰ ਉਹਦੇ ਉੱਤੇ ਪਤਾ ਨਾ ਗੱਡੀ ਦੇ ਇੰਜਣ 'ਤੇ ਪਾਣੀ ਪਾਓ ਧੂੰਆਂ ਛੱਡਦੀ, ਉੱਤਾਂ ਤੋਂ ਨਿਕਲਦਾ ਧੂੰਆਂ। ਇਸ ਗੱਲੇ ਕਬੂਤਰ ਨੂੰ ਉਸਤਾਦ ਲੋਕ ਕੀ ਕਰਦੇ ਨੇ, ਉਹ ਪਾਣੀ ਪਿਆ ਕੇ ਜਿਹੜਾ ਕਬੂਤਰ ਪਾਣੀ ਵੱਲ ਭੱਜਦਾ ਉਹ ਉਸੇ ਕਬੂਤਰ ਨੂੰ ਹੀ ਤਾਅ ਲੱਗਦਾ, ਅਤੇ ਉਸ ਕਬੂਤਰ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਸੰਭਾਲਣਾ ਹੁੰਦਾ। ਜੇਕਰ ਉਹਨੂੰ ਤੁਸੀਂ ਵਾਪਸੀ 'ਤੇ ਪਾਣੀ ਉਹਨੇ ਪੀ ਵੀ ਲਿਆ, 5-7 ਮਿੰਟ ਬਾਅਦ 10 ਮਿੰਟ ਬਾਅਦ ਤੁਸੀਂ ਉਸ ਕਬੂਤਰ ਨੂੰ ਪਲਟ ਦਿਓ। ਉਹਦੀ ਇੱਕ ਤਾਂ ਪਾਣੀ ਵਾਲੀ ਜਿਹੜੀ ਉਹਦੇ ਅੰਦਰ ਆਹੀ ਨਾ ਕਿ ਮੈਨੂੰ ਪਾਣੀ ਲੱਭੇ, ਉਹ ਪਾਣੀ ਵਾਲੀ ਉਹਦੀ ਖਵਾਹਿਸ਼ ਪੂਰੀ ਹੋ ਜਾਏਗੀ ਕਬੂਤਰ ਦੀ, ਫਿਰ ਤੁਸੀਂ ਕਬੂਤਰ ਪਲਟ ਲਓ ਉਹਦੇ, ਫਿਰ ਉਹਦੇ ਤੋਂ ਬਾਅਦ ਕਬੂਤਰ ਜਿਹੜਾ ਕੋਈ ਤੁਹਾਡਾ ਕਦਰੇ ਬਿਹਤਰ ਹੋ ਜਾਏਗਾ। ਫਿਰ ਦੂਸਰੀ ਵਾਰੀ ਉਹਨੂੰ ਥੋੜ੍ਹਾ ਹਲਕਾ ਜਿਹਾ, ਮੈਂ ਤਾਂ ਆਪਣੇ ਹਿਸਾਬ ਵਿੱਚ ਤਾਂ ਮੈਂ ਤਾਂ ਇਹੀ ਕਰਦਾ ਵਾ, ਹਲਕਾ ਥੋੜ੍ਹਾ ਥੋੜ੍ਹਾ ਪਾਣੀ ਪਿਲਾਉਣਾ ਸ਼ੁਰੂ ਕਰਦਾ ਕਬੂਤਰ ਨੂੰ 15-20 ਮਿੰਟ ਤੋਂ ਬਾਅਦ। ਅਤੇ ਵੈਸੇ ਤਾਂ ਸਾਡੇ ਕੋਲ ਇੱਕ ਮਜੂਨ ਹੀ ਸਾਡੇ ਉਸਤਾਦ ਹੀ ਉਹਨਾਂ ਨੇ ਸਾਨੂੰ ਦੱਸੀ ਮਜੂਨ ਹੀ, ਇੱਕ ਅਸੀਂ ਉਹ ਮਜੂਨ ਬਣਾ ਲੈਂਦੇ ਸੀ, ਜਿੰਝ ਦੀ ਵੀ ਗਰਮੀ ਹੋਵੇ, ਜਿਤਨੀ ਵੀ ਗਰਮੀ ਹੋਵੇ, 45 ਟੈਂਪਰੇਚਰ ਹੋਵੇ, 50 ਟੈਂਪਰੇਚਰ ਹੋਵੇ, ਤਾਂ ਵੀ ਉਹ ਵੀ ਇੱਕ ਗੁੜ ਹੈ, ਸਪੈਸ਼ਲ ਗੁੜ ਹੈ, ਉਹ ਵੀ ਬਣਦਾ, ਉਹ ਕਬੂਤਰ ਦੀ ਸੰਭਾਲ ਵਾਸਤੇ ਬਣਦਾ। ਕਬੂਤਰ ਜਿਉਂ ਹੀ ਉੱਡ ਕੇ ਵਾਪਸ ਆਵੇ, ਉਹ ਗੁੜ ਤੁਸੀਂ ਜਿਹੜਾ ਚਨੇ ਬਰਾਬਰ ਕਬੂਤਰ ਦੇ ਮੂੰਹ ਵਿੱਚ ਰੱਖ ਛੱਡੋ ਭਾਈ ਜੀ, ਅਤੇ ਉਹਦੇ ਤੋਂ ਬਾਅਦ ਕਬੂਤਰ ਤੁਹਾਡਾ ਤੱਕੋ ਕਿ ਜਨਾਬ ਮਨ ਇੰਝ ਦਸਤੀ ਬਿਲਕੁਲ ਓਕੇ ਦੀ ਰਿਪੋਰਟ ਹੋ ਜਾਏ, ਤਾਂ ਕਬੂਤਰ ਅੰਦਰ ਏਸੀ ਲੱਗ ਜਾਣ ਦੇ ਕਬੂਤਰ ਦੇ। ਕਬੂਤਰ ਦੀ ਸੰਭਾਲ ਵਾਸਤੇ ਉਹਦੇ ਵਿੱਚ ਵੀ ਕੋਈ ਦੇਸੀ ਚੀਜ਼ਾਂ ਨੇ ਸਾਰੀਆਂ, ਗੁੜ ਟੈਪ ਦਾ ਹੀ ਬਣ ਜਾਂਦਾ, ਉਹ ਵੀ ਕਿਸੇ ਦਾੜੇ ਨਾ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਵੀਡੀਓ, ਜੇ ਅਗਰ ਤੁਸੀਂ ਚਾਹਿਆ, ਜੇ ਅਗਰ ਤੁਸੀਂ ਕਮੈਂਟ ਵਿੱਚ ਦੱਸਿਆ ਤਾਂ ਫਿਰ ਜਿਹੜਾ ਨਾ ਮੈਂ ਤੁਹਾਨੂੰ ਉਹ ਦੱਸਾਂਗਾ। ਅਤੇ ਫਿਰ ਉਹਦੇ ਤੋਂ ਬਾਅਦ ਅਗਲੀ ਚੀਜ਼ ਜਿਹੜੀ ਹੈ, ਤੁਸੀਂ ਤੱਕਦੇ ਹੋ ਪਏ ਖੁੱਡੇ ਵੀ ਜਾਂਦੇ ਹੋ ਪਏ, ਅਤੇ ਕਬੂਤਰਾਂ ਦੇ ਜਿੱਥੇ ਜਿੱਥੇ ਤੁਹਾਡੇ ਕਬੂਤਰ ਬੈਠੇ ਹੁੰਦੇ ਨੇ ਨਾ, ਉੱਥੇ ਜਾ ਕੇ ਤੱਕਦੇ ਹੋ, ਗੌਰ ਕਰਦੇ ਹੋ, ਅਤੇ ਬਾਈ ਕਬੂਤਰ ਸਾਰੇ ਜਿਹੜੇ ਜਿਸ ਟਾਈਮ ਖੁੱਡਾ ਖੋਲ੍ਹਦੇ ਹੋ ਕਬੂਤਰ ਬਾਹਰ ਆ ਜਾਂਦੇ ਨੇ। ਜਿਹੜਾ ਕਬੂਤਰ ਆਪਣੀ ਜਗ੍ਹਾ 'ਤੇ ਬੈਠੇ ਆ, ਤੁਸੀਂ ਉੱਥੇ ਜਾ ਕੇ ਇੱਥੋਂ ਵੀ ਤੱਕ ਸਕਦੇ ਹੋ ਕਿ ਕਬੂਤਰ ਨੇ ਬਿੱਠਾਂ ਕਿਹੜੇ ਕਲਰ ਦੀਆਂ ਕੀਤੀਆਂ ਨੇ। ਜੇ ਉਹਦੀ ਬਿੱਠ ਸਬਜ਼ ਕਲਰ ਦੀ ਹੈ ਜਾਂ ਸਫੈਦ ਕਲਰ ਦੀ ਹੈ, ਚਰਬੀ ਮਾਰਦਾ ਪਿਆ ਕਬੂਤਰ, ਫਿਰ ਵੀ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਯਾਰ ਇਹ ਮੇਰਾ ਕਬੂਤਰ ਜਿਹੜਾ ਨਾ ਇਹ ਰੂਟੀਨ ਵਾਈਜ਼ ਜਿਹੜਾ ਪਖਾਨਾ ਨਹੀਂ ਕਰਦਾ ਪਿਆ, ਅਤੇ ਮੇਰੇ ਕਬੂਤਰ ਨੂੰ ਅੰਦਰ ਜਿਹੜਾ ਨਾ ਕੋਈ ਮਸਲਾ ਹੋ ਜਾਂਦਾ।
ਤੇ ਜੇ ਅਗਰ ਤੁਸੀਂ ਸਮਝੋ ਨਾ ਉਹ ਕਬੂਤਰਾਂ ਦੀ ਜਿਹੜੀ ਬਿੱਠ ਹੈ ਤੇ ਉਹ ਸਬਜ਼ ਰੰਗ ਦੀ ਕਰਦਾ ਹੈ ਪਿਆ, ਤੇ ਫਿਰ ਕਬੂਤਰਾਂ ਤੁਹਾਡਿਆਂ ਨੂੰ ਮਸਲਾ ਬਣ ਜਾਂਦਾ ਹੈ ਉਸ ਟਾਈਮ ਪਾਣੀ ਦੀ ਕਮੀ ਦਾ। ਤੇ ਉਹ ਜਿਹੜੀ ਹੈ ਨਾ ਕਮੀ ਪਾਣੀ ਦੀ ਜਿਹੜੀ ਹੈ ਉਹ ਖਾਸ ਕਰ ਇਹਨਾਂ ਦਿਹਾੜਿਆਂ ਬੜੀ ਜ਼ਬਰਦਸਤ ਜਿਹੜੀ ਕਮੀ ਹੋ ਜਾਂਦੀ ਹੈ ਕਬੂਤਰਾਂ ਨੂੰ। ਉਹ ਮੈਂ ਅੱਗੇ ਇੱਕ ਸਪੈਸ਼ਲ ਅੱਜ ਮੈਂ ਵੀਡੀਓ ਬਣਾਉਣ ਲੱਗਾ ਮਗਰ ਨਹੀਂ ਬਣਾਈ ਮੈਂ। ਉਹ ਅੱਗੇ ਮੈਂ ਤੁਹਾਨੂੰ ਸਪੈਸ਼ਲ ਇੱਕ ਵੀਡੀਓ ਬਣਾ ਕੇ ਦੱਸਾਂਗਾ ਕਿ ਬਈ ਜਦੋਂ ਕਬੂਤਰ ਖੁਸ਼ਕ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਕਿਹੜੇ ਕਿਹੜੇ ਵਿਟਾਮਿਨ ਜਿਹੜੇ ਨੇ ਉਹ ਜ਼ਰੂਰਤ ਹੁੰਦੇ ਨੇ ਕਬੂਤਰਾਂ ਨੂੰ। ਤੇ ਜਿਹੜਾ ਨਾ ਜ਼ਹਿਰਵਾਦ ਜਿਹੜਾ ਜ਼ਹਿਰਵਾਦ ਕਬੂਤਰਾਂ ਨੂੰ ਹੁੰਦਾ ਨਾ, ਜਾਂ ਜਿਹੜਾ ਕਬੂਤਰਾਂ ਨੂੰ ਮੈਦਾ ਜਿਹੜਾ ਕਬੂਤਰਾਂ ਦਾ ਕੰਮ ਕਰਨਾ ਛੱਡ ਦਿੰਦਾ ਇੱਕਦਮ। ਤੁਸੀਂ ਕਬੂਤਰ ਤੱਕਦੇ ਹੋ ਤੁਹਾਡੇ ਕਬੂਤਰ ਠੀਕ ਠਾਕ ਨੇ, ਮਗਰ ਉਹ ਇੱਕਦਮ ਉਹਨਾਂ ਦਾ ਮੈਦਾ ਕੰਮ ਕਰਨਾ ਛੱਡ ਗਿਆ। ਉਹਦੀ ਕੀ ਵਜ੍ਹਾ ਹੁੰਦੀ ਹੈ? ਉਹਦੀ ਸਾਰਿਆਂ ਤੋਂ ਮੇਨ ਵਜ੍ਹਾ ਇਹ ਹੁੰਦੀ ਹੈ ਕਿ ਜਿਹੜਾ ਤੁਸੀਂ ਕਬੂਤਰਾਂ ਨੂੰ ਦਾਣਾ ਪਾਉਂਦੇ ਹੋ ਨਾ ਉਸ ਦਾਣੇ ਨੂੰ ਫੰਗਸ ਹੁੰਦਾ ਹੈ। ਅਤੇ ਜਿਸ ਟਾਈਮ ਉਹ ਫੰਗਸ ਹੁੰਦਾ ਹੈ ਦਾਣੇ ਵਿੱਚ ਉਹ ਆਟੋਮੈਟਿਕ ਦਾਣਾ ਜਿਸ ਟਾਈਮ ਚੇਂਜ ਹੁੰਦਾ ਤੁਸੀਂ ਖਿਆਲ ਨਹੀਂ ਉਹ ਕਰਦੇ ਅਤੇ ਉਹ ਫਿਰ ਆਟੋਮੈਟਿਕ ਜਿਹੜਾ ਨਾ ਤੁਹਾਡਾ ਮਸਲਾ ਉਹ ਖ਼ਰਾਬ ਕਰਦਾ ਕਬੂਤਰ ਦਾ ਆਟੋਮੈਟਿਕ ਜਿਹੜਾ ਨਾ। ਅਤੇ ਜਿਹੜੇ ਕਬੂਤਰ ਬਿੱਠ ਕਰਨ ਦੇ ਨਾ ਚਾਕਲੇਟ ਰੰਗ ਦੀ, ਉਹ ਤੁਸੀਂ ਸਮਝੋ ਕਿ ਇਸ ਕਬੂਤਰ ਨੂੰ ਤਾਂ ਲੱਗ ਜਾਣਾ। ਕਿਉਂ ਨਾ ਇਸ ਕਬੂਤਰ ਨੂੰ ਤੇ ਬਿੱਠ ਵਿੱਚ ਖੂਨ ਇਹ ਜਿਹੜਾ ਇਹ ਵੀ ਕੋਕਸੀ ਜਿਹੜੀ ਕੋਕਸੀ ਬਿਮਾਰੀ ਹੈ ਨਾ ਇਹ ਉਹ ਹੁੰਦੀ ਹੈ ਕਬੂਤਰਾਂ ਦੇ ਵਿੱਚ। ਅਤੇ ਮੈਂ ਤੁਹਾਨੂੰ ਅੱਜ ਕੁਝ ਕਬੂਤਰ ਦੇ ਸੁਸਤ ਬਹਿਣੇ ਦੇ ਜਾਂ ਬਿਮਾਰ ਹੋਣੇ ਦੀਆਂ ਕੁਝ ਚੀਜ਼ਾਂ ਤੁਹਾਨੂੰ ਦੱਸਣੀਆਂ ਨੇ। ਅਤੇ ਮੇਰੇ ਹਿਸਾਬ ਨਾਲ ਤੁਹਾਨੂੰ ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਹ ਬਿਹਤਰ ਲੱਭੀ ਹੋਵੇਗੀ। ਜਿਤਨੇ ਵੀ ਨਿਊ ਬ੍ਰਾਂਡ ਕਬੂਤਰ ਪਰਵਰ ਭਰਾ ਨੇ ਉਸਤਾਦ ਲੋਕ ਤਾਂ ਜਾਣਦੇ ਨੇ ਸਾਰੇ, ਅਤੇ ਜਿਤਨੇ ਵੀ ਨਿਊ ਕਮਰ ਵੀਰ ਭਰਾ ਨੇ ਨਾ ਇਹਨਾਂ ਵਾਸਤੇ ਮੇਰੀਆਂ ਵੀਡੀਓ ਨੇ। ਅਤੇ ਵੀਡੀਓ ਅਗਰ ਅੱਛੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ। ਅਤੇ ਫੀ ਮਾਨੀਲਾ ਜ਼ਿੰਦਗੀ ਰਹੀ ਅਤੇ ਮਿਲਾਂਗੇ ਅਗਲੀ ਵੀਡੀਓ ਵੀ। ਫੀ ਮਾਨੀਲਾ, ਯਾਰ ਸਲਾਮਤ ਤੇ ਸੁਬਤ।